morning dear students, welcome to ਪੰਜਾਬੀ class। ਬੇਟਾ ਜੀ ਅਸੀਂ ਸੈਕਿੰਡ ਵੀਡੀਓ ਵਿੱਚ ਚੈਪਟਰ 14 ਸਰਵਨ ਕੁਮਾਰ ਦਾ ਪੇਜ ਨੰਬਰ 74 ਅਤੇ 75 ਦੀ ਰੀਡਿੰਗ ਕਰ ਚੁੱਕੇ ਹਾਂ, ਜਿਸ ਵਿੱਚ ਅਸੀਂ ਪੜ੍ਹਿਆ ਸੀ ਕਿ ਜਦੋਂ ਸਰਵਨ ਵਹਿੰਗੀ ਵਿੱਚ ਆਪਣੇ ਮਾਤਾ ਪਿਤਾ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੱਕ ਤੀਰਥ ਅਸਥਾਨਾਂ 'ਤੇ ਲੈ ਕੇ ਜਾ ਰਿਹਾ ਸੀ ਤਾਂ ਉਸ ਨੂੰ ਕਈ ਔਂਕੜਾਂ ਦਾ ਸਾਹਮਣਾ ਕਰਨਾ ਪਿਆ, ਪਰ ਉਹ ਆਪਣੇ ਮਾਂ-ਬਾਪ ਦੀ ਇੱਛਾ ਨੂੰ ਪੂਰੀ ਕਰਨ ਦੇ ਚਾਅ ਅਤੇ ਸੇਵਾ ਭਾਵਨਾ ਸਦਕਾ ਅੱਗੇ ਨਿਰੰਤਰ ਚੱਲਦਾ ਰਿਹਾ। ਉਸਦੇ ਮਾਤਾ ਪਿਤਾ ਉਸ ਦੀ ਸੇਵਾ ਭਾਵ ਅਤੇ ਸਨੇਹ ਨੂੰ ਦੇਖ ਕੇ ਬਹੁਤ ਖੁਸ਼ ਹੁੰਦੇ ਅਤੇ ਉਹ ਪਰਮਾਤਮਾ ਦਾ ਦਿਲੋਂ ਧੰਨਵਾਦ ਕਰਦੇ ਕਿ ਉਹਨਾਂ ਦਾ ਪੁੱਤਰ ਇੰਨਾ ਨੇਕ ਅਤੇ ਗੁਣੀ ਹੈ। ਠੀਕ ਹੈ। ਫਿਰ ਘਰ ਵਾਪਸੀ ਸਮੇਂ ਸਰਵਨ ਆਪਣੇ ਮਾਤਾ ਪਿਤਾ ਦੀ ਵਹਿੰਗੀ ਨੂੰ ਚੁੱਕੇ ਇੱਕ ਜੰਗਲ ਵਿੱਚੋਂ ਲੰਘ ਰਿਹਾ ਸੀ ਤਾਂ ਉਸ ਸਮੇਂ ਉਸਦੇ ਪਿਤਾ ਜੀ ਨੂੰ ਬਹੁਤ ਪਿਆਸ ਲੱਗੀ। ਸਰਵਨ ਗੜਵੀ ਚੁੱਕ ਕੇ ਪਾਣੀ ਦੀ ਭਾਲ ਵਿੱਚ ਜੰਗਲ ਵੱਲ ਚਲਾ ਗਿਆ। ਜੰਗਲ ਦੇ ਕੋਲ ਹੀ ਸਰਯੂ ਨਦੀ ਵਹਿੰਦੀ ਸੀ। ਨਦੀ ਦਾ ਪਾਣੀ ਸਾਫ਼ ਸੀ। ਉਸ ਸਮੇਂ ਅਯੋਧਿਆ ਦਾ ਰਾਜਾ ਦਸ਼ਰਥ ਵੀ ਜੰਗਲ ਵਿੱਚ ਸ਼ਿਕਾਰ ਲਈ ਘੁੰਮ ਰਿਹਾ ਸੀ। ਜਦੋਂ ਸਰਵਨ ਨਦੀ 'ਚੋਂ ਗੜਵੀ ਪਾਣੀ ਭਰਨ ਲੱਗਾ ਤਾਂ ਗੜਗੜ ਦੀ ਆਵਾਜ਼ ਆਈ। ਉਸ ਸਮੇਂ ਰਾਜਾ ਦਸ਼ਰਥ ਨੂੰ ਲੱਗਾ ਕਿ ਕੋਈ ਜਾਨਵਰ ਨਦੀ ਕਿਨਾਰੇ ਪਾਣੀ ਪੀ ਰਿਹਾ ਹੈ। ਉਸਨੇ ਤਰਕਸ਼ ਵਿੱਚੋਂ ਤੀਰ ਕੱਢਿਆ ਤੇ ਆਵਾਜ਼ ਦੀ ਸੇਧ ਵਿੱਚ ਤੀਰ ਛੱਡ ਦਿੱਤਾ। ਤੀਰ ਸਰਵਨ ਦੀ ਛਾਤੀ ਤੇ ਜਾ ਲੱਗਾ ਤਾਂ ਉਹ ਦਰਦ ਨਾਲ ਤੜਫਣ ਲੱਗਾ। ਦਸ਼ਰਥ ਉਸ ਦੀ ਚੀਕਣ ਦੀ ਆਵਾਜ਼ ਸੁਣ ਕੇ ਕੰਬ ਗਿਆ ਤੇ ਉਹ ਜਲਦੀ ਨਾਲ ਆਵਾਜ਼ ਵਾਲੀ ਜਗ੍ਹਾ 'ਤੇ ਜਾ ਪੁੱਜਾ। ਉਸਨੇ ਦੇਖਿਆ ਕਿ ਸਰਵਨ ਦਰਦ ਨਾਲ ਤੜਫ ਰਿਹਾ ਸੀ। ਦਸ਼ਰਥ ਮਨ ਹੀ ਮਨ ਪਛਤਾਉਂਦਾ ਹੋਇਆ ਕਹਿਣ ਲੱਗਾ ਕਿ ਹੇ ਈਸ਼ਵਰ, ਮੇਰੇ ਕੋਲੋਂ ਇਹ ਘੋਰ ਪਾਪ ਹੋ ਗਿਆ ਹੈ। ਮੈਂ ਜਾਨਵਰ ਦੇ ਭੁਲੇਖੇ ਇੱਕ ਮਨੁੱਖ ਨੂੰ ਮਾਰ ਦਿੱਤਾ ਹੈ। ਓਕੇ ਬੇਟਾ, ਅੱਜ ਅਸੀਂ ਪੇਜ ਨੰਬਰ 75 ਐਂਡ 76 ਦੀ ਰੀਡਿੰਗ ਕੰਟੀਨਿਊ ਕਰਾਂਗੇ। ਰੀਡਿੰਗ ਸ਼ੁਰੂ ਕਰਨ ਤੋਂ ਪਹਿਲਾਂ ਬੇਟਾ ਮੈਂ ਤੁਹਾਨੂੰ ਔਖੇ ਸ਼ਬਦਾਂ ਦੇ ਅਰਥ ਲਿਖਾਵਾਂਗੀ ਜੋ ਤੁਸੀਂ ਵਿਦ ਪੈਨਸਿਲ ਔਨ ਬੁੱਕਸ ਲਿਖਣੇ ਹਨ। ਠੀਕ ਹੈ। ਫਸਟ ਇਜ਼ ਘਬਰਾਏ ਹੋਏ, ਸਹਿਮੇ ਹੋਏ। ਨੈਕਸਟ ਪ੍ਰਾਣ ਤਿਆਗ ਦਿੱਤੇ, ਮਰ ਜਾਣਾ। ਫਰੇਜ਼ ਵਰਡ ਉੱਤਰ ਨਾ ਦਿੱਤਾ, ਜਵਾਬ ਨਾ ਦਿੱਤਾ। ਹਿੰਮਤ, ਹੌਂਸਲਾ। ਪਰਮਾਤਮਾ ਨੂੰ ਪਿਆਰਾ ਹੋ ਗਿਆ ਹੈ, ਮੌਤ ਹੋ ਜਾਣੀ। ਮੁਆਫ ਕਰ ਦਿਓ, ਖਿਮਾ ਕਰ ਦਿਓ। ਨੈਕਸਟ ਵਿਰਲਾਪ, ਰੋਣਾ, ਕੁਰਲਾਉਣਾ। नेक्स्ट बेटा वर्ड इज ऑन पेज नंबर 76 वियोग, विछोड़ा। ठीक है बेटे। हुण बेटा मैं रीडिंग स्टार्ट करांगी। घबराए होए दशरथ नूं वेख के सरवण बोलिया, हुण कुछ नहीं हो सकदा राजन, हुण मैं नहीं बचना। तुसी इह पानी लै जाओ ते थोड़ी दूर एक वहंगी विच मेरे अन्ने माँ बाप बैठे हन। ਉਹ ਪਿਆਸੇ ਹਨ, ਉਹਨਾਂ ਨੂੰ ਇਹ ਪਾਣੀ ਪਿਲਾ ਦਿਓ। ਇੰਨੇ ਕਹਿੰਦੇ ਹੀ ਸਰਵਨ ਨੇ ਪ੍ਰਾਣ ਤਿਆਗ ਦਿੱਤੇ। ਠੀਕ ਹੈ ਬੇਟੇ। ਇਸ ਪੈਰੇ ਵਿੱਚ ਅਸੀਂ ਪੜ੍ਹਿਆ ਕਿ ਘਬਰਾਇਆ ਹੋਇਆ ਦਸ਼ਰਥ ਨੂੰ ਵੇਖ ਕੇ ਸਰਵਨ ਬੋਲਿਆ ਕਿ ਹੁਣ ਕੁਛ ਨਹੀਂ ਹੋ ਸਕਦਾ ਰਾਜਨ, ਮੈਂ ਨਹੀਂ ਬਚਣਾ। ਤੁਸੀਂ ਇਹ ਪਾਣੀ ਲੈ ਜਾਓ ਤੇ ਥੋੜ੍ਹੀ ਦੂਰ ਇੱਕ ਵਹਿੰਗੀ ਵਿੱਚ ਮੇਰੇ ਅੰਨੇ
ਜਾਂ ਨੇਤਰਹੀਨ ਮਾਂ-ਬਾਪ ਬੈਠੇ ਹਨ, ਉਹ ਪਿਆਸੇ ਹਨ, ਉਹਨਾਂ ਨੂੰ ਇਹ ਪਾਣੀ ਪਿਆ ਦੇਵੋ। ਇਹ ਸ਼ਬਦ ਕਹਿਣ ਉਪਰੰਤ ਹੀ ਸਰਵਣ ਨੇ ਆਪਣੇ ਪ੍ਰਾਣ ਤਿਆਗ ਦਿੱਤੇ। ਰਾਜਾ ਦਸ਼ਰਥ ਸਰਵਣ ਦੇ ਮਾਤਾ ਪਿਤਾ ਨੂੰ ਪਾਣੀ ਪਿਲਾਉਣ ਲਈ ਪੁੱਜਿਆ। ਉਸਦੇ ਅੰਨੇ ਮਾਤਾ ਪਿਤਾ ਦਸ਼ਰਥ ਨੂੰ ਸਰਵਣ ਸਮਝ ਕੇ ਬੁਲਾ ਰਹੇ ਸਨ, ਪਰ ਦਸ਼ਰਥ ਨੇ ਉਹਨਾਂ ਦੀ ਕਿਸੇ ਵੀ ਗੱਲ ਦਾ ਉੱਤਰ ਨਾ ਦਿੱਤਾ। ਮਾਤਾ ਪਿਤਾ ਨੂੰ ਕੁਝ ਠੀਕ ਨਾ ਲੱਗਾ ਤੇ ਉਹਨਾਂ ਨੇ ਪਾਣੀ ਪੀਣ ਤੋਂ ਇਨਕਾਰ ਕਰ ਦਿੱਤਾ। ਆਖਰ ਦਸ਼ਰਥ ਹਿੰਮਤ ਕਰਕੇ ਬੋਲਿਆ, ਹੇ ਮੁਨੀ ਜੀ, ਮੈਂ ਤੁਹਾਡਾ ਪੁੱਤਰ ਨਹੀਂ ਹਾਂ, ਮੈਂ ਅਯੋਧਿਆ ਦਾ ਰਾਜਾ ਦਸ਼ਰਥ ਹਾਂ। ਸ਼ਿਕਾਰ ਕਰਦੇ ਹੋਏ ਜੰਗਲੀ ਜਾਨਵਰ ਦੇ ਭੁਲੇਖੇ ਮੇਰਾ ਤੀਰ ਤੁਹਾਡੇ ਪੁੱਤਰ ਸਰਵਣ ਦੇ ਲੱਗ ਗਿਆ ਹੈ ਤੇ ਉਹ ਪਰਮਾਤਮਾ ਨੂੰ ਪਿਆਰਾ ਹੋ ਗਿਆ ਹੈ। ਮੈਨੂੰ ਮੁਆਫ ਕਰ ਦਿਓ। ਤੁਸੀਂ ਜਿਵੇਂ ਕਹੋ ਮੈਂ ਤੁਹਾਡੀ ਸੇਵਾ ਕਰਾਂਗਾ। ਠੀਕ ਹੈ ਬੇਟੇ। ਉਸ ਤੋਂ ਬਾਅਦ ਰਾਜਾ ਦਸ਼ਰਥ ਸਰਵਣ ਦੇ ਮਾਤਾ ਪਿਤਾ ਨੂੰ ਪਾਣੀ ਪਿਲਾਉਣ ਲਈ ਗਿਆ। ਉਸਦੇ ਅੰਨੇ ਮਾਤਾ ਪਿਤਾ ਦਸ਼ਰਥ ਨੂੰ ਸਰਵਣ ਸਮਝ ਕੇ ਬੁਲਾ ਰਹੇ ਸਨ, ਪਰ ਦਸ਼ਰਥ ਨੇ ਉਹਨਾਂ ਦੀ ਕਿਸੇ ਵੀ ਗੱਲ ਦਾ ਜਵਾਬ ਨਾ ਦਿੱਤਾ। ਮਾਤਾ ਪਿਤਾ ਨੂੰ ਕੁਝ ਠੀਕ ਨਾ ਜਾਪਿਆ। ਉਹਨਾਂ ਨੇ ਪਾਣੀ ਪੀਣ ਤੋਂ ਵੀ ਮਨਾ ਕਰ ਦਿੱਤਾ, ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਉਹ ਉਹਨਾਂ ਦਾ ਪੁੱਤਰ ਸਰਵਣ ਨਹੀਂ ਹੈ। ਆਖਰ ਦਸ਼ਰਥ ਹਿੰਮਤ ਕਰਕੇ ਬੋਲਿਆ, ਹੇ ਮੁਨੀ ਜੀ, ਮੈਂ ਤੁਹਾਡਾ ਪੁੱਤਰ ਨਹੀਂ ਹਾਂ, ਮੈਂ ਤੁਹਾਡਾ ਬੇਟਾ ਨਹੀਂ ਹਾਂ, ਮੈਂ ਤਾਂ ਅਯੋਧਿਆ ਦਾ ਰਾਜਾ ਦਸ਼ਰਥ ਹਾਂ। ਸ਼ਿਕਾਰ ਕਰਦੇ ਹੋਏ ਜੰਗਲੀ ਜਾਨਵਰ ਦੇ ਭੁਲੇਖੇ ਮੇਰਾ ਤੀਰ ਤੁਹਾਡੇ ਪੁੱਤਰ ਸਰਵਣ ਨੂੰ ਲੱਗ ਗਿਆ ਹੈ ਤੇ ਉਹ ਹੁਣ ਪਰਮਾਤਮਾ ਨੂੰ ਪਿਆਰਾ ਹੋ ਗਿਆ ਹੈ ਤੇ ਕਿਰਪਾ ਕਰਕੇ ਮੈਨੂੰ ਮੁਆਫ ਕਰ ਦਿਓ। ਤੁਸੀਂ ਜਿਵੇਂ ਕਹੋਗੇ ਮੈਂ ਤੁਹਾਡੀ ਸੇਵਾ ਉਵੇਂ ਹੀ ਕਰਾਂਗਾ। ਆਪਣੇ ਪ੍ਰਾਣਾਂ ਤੋਂ ਪਿਆਰੇ ਪੁੱਤਰ ਦੀ ਮੌਤ ਦੀ ਖਬਰ ਸੁਣਦਿਆਂ ਸਾਰ ਹੀ ਸਰਵਣ ਦੇ ਮਾਂ-ਬਾਪ ਨੇ ਵਿਰਲਾਪ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਗੁੱਸੇ ਵਿੱਚ ਰਾਜਾ ਦਸ਼ਰਥ ਨੂੰ ਸਰਾਪ ਦਿੱਤਾ, ਜਿਵੇਂ ਤੂੰ ਸਾਨੂੰ ਸਾਡੇ ਪੁੱਤਰ ਦੇ ਵਿਛੋੜੇ ਵਿੱਚ ਰੁਲਾਇਆ ਹੈ, ਰੱਬ ਕਰੇ ਤੂੰ ਵੀ ਆਪਣੇ ਪੁੱਤਰ ਦੇ ਵਿਜੋਗ ਵਿੱਚ ਇਸ ਤਰ੍ਹਾਂ ਹੀ ਤੜਫੇ। ਬੇਟਾ, ਜਦੋਂ ਸਰਵਣ ਦੇ ਮਾਤਾ ਪਿਤਾ ਨੂੰ ਉਸਦੇ ਪੁੱਤਰ ਦੀ ਮੌਤ ਦੀ ਖਬਰ ਮਿਲਦੀ ਹੈ ਤਾਂ ਉਹਨਾਂ ਨੇ ਰੋਣਾ ਕੁਰਲਾਉਣਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਨੇ ਗੁੱਸੇ ਵਿੱਚ ਰਾਜਾ ਦਸ਼ਰਥ ਨੂੰ ਸ਼ਰਾਪ ਦਿੱਤਾ ਕਿ ਜਿਵੇਂ ਤੂੰ ਸਾਨੂੰ ਸਾਡੇ ਪੁੱਤਰ ਦੇ ਵਿਛੋੜੇ ਵਿੱਚ ਅੱਜ ਰੁਵਾਇਆ ਹੈ, ਪਰਮਾਤਮਾ ਕਰੇ ਕਿ ਤੂੰ ਵੀ ਆਪਣੇ ਪੁੱਤਰ ਦੇ ਵਿਛੋੜੇ ਵਿੱਚ ਇਸ ਤਰ੍ਹਾਂ ਹੀ ਤੜਫੇਂਗਾ। ਇਸ ਤਰ੍ਹਾਂ ਸਰਵਣ ਦੇ ਮਾਂ-ਬਾਪ ਨੇ ਪੁੱਤਰ ਦੇ ਵਿਛੋੜੇ ਵਿੱਚ ਵਿਰਲਾਪ ਕਰਦੇ ਹੋਏ ਆਪਣੇ ਪ੍ਰਾਣ ਤਿਆਗ ਦਿੱਤੇ। ਇਸ ਤਰ੍ਹਾਂ ਹੀ ਬੇਟਾ ਸਰਵਣ ਦੇ ਮਾਂ-ਬਾਪ ਨੇ ਵੀ ਪੁੱਤਰ ਦੇ ਵਿਛੋੜੇ ਵਿੱਚ ਰੋਂਦੇ ਕੁਰਲਾਉਂਦੇ ਹੀ ਆਪਣੇ ਪ੍ਰਾਣ ਵੀ ਤਿਆਗ ਦਿੱਤੇ, ਭਾਵ ਰੱਬ ਨੂੰ ਪਿਆਰੇ ਹੋ ਗਏ। ਰਾਜਾ ਦਸ਼ਰਥ ਨੂੰ ਸਰਵਣ ਦੇ ਮਾਤਾ ਪਿਤਾ ਦਾ ਦਿੱਤਾ ਹੋਇਆ ਸਰਾਪ ਭੋਗਣਾ ਪਿਆ। ਸ੍ਰੀ ਰਾਮ ਨੂੰ ਆਪਣੀ ਮਾਂ ਕੈਕਈ ਦੇ ਕਹਿਣ ਤੇ ਬਨਵਾਸ ਜਾਣਾ ਪਿਆ ਸੀ। ਉਸ ਵੇਲੇ ਦਸ਼ਰਥ ਨੇ ਪੁੱਤਰ ਦਾ ਵਿਛੋੜਾ ਨਾ ਸਹਿੰਦੇ ਹੋਏ ਪ੍ਰਾਣ ਤਿਆਗ ਦਿੱਤੇ ਸਨ। ਠੀਕ ਹੈ ਬੇਟੇ, ਕਿ ਰਾਜਾ ਦਸ਼ਰਥ ਨੂੰ ਸਰਵਣ ਦੇ ਮਾਤਾ ਪਿਤਾ ਦਾ ਦਿੱਤਾ ਹੋਇਆ ਸਰਾਪ ਜੋ ਕਿ ਭੋਗਣਾ ਪਿਆ ਸੀ। ਸ੍ਰੀ ਰਾਮ ਚੰਦਰ ਜੀ ਨੂੰ ਆਪਣੀ ਮਾਂ ਦੇ ਕੈਕਈ ਦੇ ਕਹਿਣ ਤੇ 14 ਸਾਲ ਦਾ ਬਨਵਾਸ ਜਾਣਾ ਪਿਆ ਸੀ ਤੇ ਉਸ ਵੇਲੇ ਦਸ਼ਰਥ ਨੇ ਪੁੱਤਰ ਦਾ ਵਿਛੋੜਾ ਨਾ ਸਹਿੰਦੇ ਹੋਏ ਆਪਣੇ ਪ੍ਰਾਣ ਤਿਆਗ ਦਿੱਤੇ ਸਨ। ਠੀਕ ਹੈ ਬੇਟੇ, ਇਸ ਦੇ ਨਾਲ ਹੀ ਇਹ ਚੈਪਟਰ ਫਿਨਿਸ਼ ਹੁੰਦਾ ਹੈ।
ਮੈਨੂੰ ਆਸ ਹੈ ਕਿ ਆਪ ਜੀ ਨੂੰ ਸਮਝ ਆ ਗਿਆ ਹੋਵੇਗਾ। ਹੁਣ ਬੇਟਾ ਤੁਸੀਂ ਔਖੇ ਸ਼ਬਦਾਂ ਦੇ ਅਰਥਾਂ ਨੂੰ ਚੰਗੀ ਤਰ੍ਹਾਂ ਰਿਵਾਈਜ਼ ਕਰਨਾ ਹੈ ਤੇ ਰੀਡਿੰਗ ਵੀ ਦੁਬਾਰਾ ਕਰਨੀ ਹੈ। ਠੀਕ ਹੈ। ਥੈਂਕ ਯੂ ਵੈਰੀ ਮਚ।